ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਹਿਰ ਦੇ ਫੀਲਡਗੰਜ ਚੌਂਕ ਵਿੱਚ ਸਥਿਤ ਇਤਿਹਾਸਕ ਜਾਮਾ ਮਸਜਿਦ ਲੁਧਿਆਣਾ ਤੋਂ ਮੈਂ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਇਬ ਸ਼ਾਹੀ ਇਮਾਮ ਤੁਹਾਨੂੰ ਸਭ ਨੂੰ ਅੱਜ ਦੇ ਇਸ ਖਾਸ ਪ੍ਰੋਗਰਾਮ 'ਚ ਜੀ ਆਇਆਂ ਆਖਦਾ। ਲੁਧਿਆਣਾ ਜਾਮਾ ਮਸਜਿਦ ਦਾ ਇਤਿਹਾਸ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇਸਲਾਮ ਧਰਮ ਦੇ ਇਤਿਹਾਸ ਅਤੇ ਭਾਰਤ ਦੀ ਜੰਗ ਆਜ਼ਾਦੀ ਦੇ ਇਤਿਹਾਸ ਦੋਨਾਂ ਵਿੱਚ ਬਹੁਤ ਵਿਸ਼ੇਸ਼ਤਾ ਵੀ ਰੱਖਦਾ ਹੈ। ਇਹ ਜਾਮਾ ਮਸਜਿਦ ਜਿਹੜੀ ਹੈ ਜਦੋਂ ਅੰਗਰੇਜ਼ ਦੇ ਦੌਰ ਦੇ ਵਿੱਚ ਸ਼ਾਹ ਸ਼ੁਜਾਉਲ ਮੁਲਕ ਔਰ ਸ਼ਾਹ ਜ਼ਮਾਨ ਬਾਦਸ਼ਾਹ ਦੋ ਭਰਾ ਸੀ ਅਫਗਾਨਿਸਤਾਨ ਦੇ, ਉਹ ਅੰਗਰੇਜ਼ ਕੰਪਨੀ ਹਕੂਮਤ ਵੱਲੋਂ ਉਹਨਾਂ ਨੂੰ ਲੁਧਿਆਣਾ ਦਾ ਸ਼ਾਸਕ ਬਣਾਇਆ ਗਿਆ। ਤੇ ਉਸ ਦੌਰਾਨ ਦੇ ਵਿੱਚ ਜਿਹੜੇ ਬੜੇ ਸ਼ਾਹੀ ਇਮਾਮ ਸਾਹਿਬ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਜਿਨ੍ਹਾਂ ਨੇ 1857 ਦੀ ਜੰਗ ਆਜ਼ਾਦੀ ਦੇ ਵਿੱਚ ਨਾ ਸਿਰਫ ਸਭ ਤੋਂ ਪਹਿਲਾਂ ਅੰਗਰੇਜ਼ ਦੇ ਖਿਲਾਫ ਫਤਵਾ ਜਾਰੀ ਕੀਤਾ ਬਲਕਿ ਉਸ ਵੇਲੇ ਇਨਕਲਾਬੀ ਫੌਜਾਂ ਦੀ ਮਦਦ ਦੇ ਲਈ ਪੰਜਾਬ ਭਰ ਦੇ ਜਿੰਨੇ ਇਨਕਲਾਬੀ ਫੌਜੀ ਸੀ ਉਹਨਾਂ ਨੂੰ ਲੁਧਿਆਣੇ ਇਕੱਠਾ ਕੀਤਾ ਤੇ ਉਸ ਤੋਂ ਬਾਅਦ ਉਹ ਦਿੱਲੀ ਜਿਹੜੇ ਨੇ ਅੰਗਰੇਜ਼ ਦੇ ਖਿਲਾਫ ਲੜਨ ਦੇ ਲਈ ਗਏ। ਉਹਨਾਂ ਦੀ ਹੀ ਨਸਲ ਦੇ ਵਿੱਚ ਉਹਨਾਂ ਦੇ ਪੋਤਰੇ ਜਿਹੜੇ ਕਿ ਭਾਰਤ ਦੀ ਜੰਗ ਆਜ਼ਾਦੀ ਦੇ ਬਹੁਤ ਮਸ਼ਹੂਰ ਸੁਤੰਤਰਤਾ ਸੈਨਾਨੀ ਵੀ ਨੇ ਔਰ ਉਹਨਾਂ ਨੇ ਇਸਲਾਮੀ ਵਿਸ਼ਵ ਦੇ ਵਿੱਚ ਵੀ ਬੜਾ ਨਾਮ ਕਮਾਇਆ, ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ। ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ ਦੇ ਸਮੇਂ ਦੇ ਵਿੱਚ ਇਹ ਜਿਹੜਾ ਇਲਾਕਾ ਹੈ ਜਿੱਥੇ ਅੱਜ ਫੀਲਡਗੰਜ ਚੌਂਕ ਦੇ ਵਿੱਚ ਜਾਮਾ ਮਸਜਿਦ ਸਥਿਤ ਹੈ, ਉਦੋਂ ਇਹ ਲੁਧਿਆਣੇ ਦੀ ਨਵੀਂ ਆਬਾਦੀ ਜਿਹੜਾ ਹੈ ਕਹਿਲਾਇਆ ਜਾਂਦਾ ਸੀਗਾ। ਇਸ ਵੇਲੇ ਇੱਧਰਲੇ ਪਾਸੇ ਕੋਈ ਖਾਸ ਆਬਾਦੀ ਨਹੀਂ ਸੀ। ਉਸ ਵੇਲੇ ਇਸ ਜਗ੍ਹਾ ਨੂੰ ਚਿੰਨ੍ਹਿਤ ਕੀਤਾ ਗਿਆ ਕਿ ਇੱਥੇ ਸ਼ਹਿਰ ਦੀ ਇੱਕ ਖੂਬਸੂਰਤ ਮਸਜਿਦ ਜਿਹੜੀ ਹੈ ਤਾਮੀਰ ਕੀਤੀ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸ਼ਾਹੀ ਮਸਜਿਦ ਹੈ ਉਹ ਘਾਹ ਮੰਡੀ ਚੌਂਕ ਦੇ ਵਿੱਚ ਸਥਿਤ ਸੀਗੀ ਤੇ ਜਾਮਾ ਮਸਜਿਦ ਦੀ ਤਾਮੀਰ ਜਿਹੜੀ ਹੈ 1881 ਈਸਵੀ ਦੇ ਵਿੱਚ ਲੁਧਿਆਣੇ ਦੇ ਵਿੱਚ ਇਸ ਇਤਿਹਾਸਕ ਮਸਜਿਦ ਦੀ ਜਿਹੜੀ ਹੈ ਨੀਂਹ ਪੱਥਰ ਮੌਲਾਨਾ ਸ਼ਾਹ ਮੁਹੰਮਦ ਸਾਹਿਬ ਲੁਧਿਆਣਵੀ ਤੇ ਉਹਨਾਂ ਦੇ ਉਸ ਵੇਲੇ ਦੇ ਹਮ ਅਸਰ ਹਮ ਪੱਲਾ ਜਿਹੜੇ ਬੜੇ ਉਹਨਾਂ ਦੇ ਭਰਾ ਵੀ ਨੇ ਤੇ ਉਸ ਵੇਲੇ ਦੇ ਬੜੇ ਲੁਧਿਆਣੇ ਦੇ ਉੱਘੇ ਲੋਕ ਨੇ, ਜਿਨ੍ਹਾਂ 'ਚ ਮੌਲਾਨਾ ਸ਼ਾਹ ਅਬਦੁਲ ਅਜ਼ੀਜ਼ ਲੁਧਿਆਣਵੀ, ਮੌਲਾਨਾ ਸ਼ਾਹ ਅਬਦੁੱਲਾ ਸਾਹਿਬ ਲੁਧਿਆਣਵੀ ਔਰ ਮੌਲਾਨਾ ਸੈਫੁਰ ਰਹਿਮਾਨ ਸਾਹਿਬ ਲੁਧਿਆਣਵੀ ਔਰ ਮੌਲਾਨਾ ਨੂਰ ਮੁਹੰਮਦ ਸਾਹਿਬ ਲੁਧਿਆਣਵੀ, ਮੌਲਾਨਾ ਹਯਾਤੁੱਦੀਨ ਸਾਹਿਬ ਲੁਧਿਆਣਵੀ ਉਸ ਵੇਲੇ ਦੇ ਚੋਟੀ ਦੇ ਜਿਹੜੇ ਮਹਾਂਪੁਰਸ਼ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਤੇ ਉਹਨਾਂ ਦੇ ਹੱਥੋਂ ਇਸ ਜਾਮਾ ਮਸਜਿਦ ਦਾ ਨੀਂਹ ਪੱਥਰ ਜਿਹੜਾ ਹੈ ਰੱਖਿਆ ਗਿਆ। ਸ਼ੁਰੂ ਤੋਂ ਹੀ ਇਸ ਜਾਮਾ ਮਸਜਿਦ ਨੂੰ ਆਜ਼ਾਦੀ ਘੁਲਾਟੀਆਂ ਦਾ ਜਿਹੜਾ ਪਰਿਵਾਰ ਹੈ, ਜਿਹੜੇ ਕਿ ਪਹਿਲੇ ਸ਼ਾਹੀ ਇਮਾਮ ਮੌਲਾਨਾ ਸ਼ਾਹ ਅਬਦੁਲ ਕਾਦਰ ਸਾਹਿਬ ਲੁਧਿਆਣਵੀ ਨੇ ਤੇ ਉਹਨਾਂ ਦੇ ਪਰਿਵਾਰ ਦੇ ਹੀ ਦੇਖ ਰੇਖ ਦੇ ਵਿੱਚ ਇਹ ਮਸਜਿਦ ਸ਼ੁਰੂ ਤੋਂ ਅੱਜ ਤੱਕ ਹੈ। ਤੇ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਮਸ਼ਹੂਰ ਆਜ਼ਾਦੀ ਘੁਲਾਟੀਏ ਗੁਜ਼ਰੇ ਨੇ ਉਹਨਾਂ ਦਾ ਨਾਮ ਹੈ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ। ਲਫ਼ਜ਼ ਲੁਧਿਆਣਵੀ ਸ਼ਬਦ ਵੀ ਜਿਹੜਾ ਹੈ ਉਹਨਾਂ ਦੇ ਹੀ ਸਮੇਂ ਦੇ ਵਿੱਚ ਪ੍ਰਚਲਿਤ ਹੋਇਆ ਤੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਭਾਰਤ ਦੀ ਜੰਗ ਆਜ਼ਾਦੀ ਦਾ ਉਹਨਾਂ ਮਹਾਨ ਨਾਇਕਾਂ 'ਚੋਂ ਹੈ ਜਿਨ੍ਹਾਂ ਦੇ ਨਾਂ ਉਂਗਲਾਂ 'ਤੇ ਗਿਣੇ ਜਾਂਦੇ ਨੇ। ਉਹਨਾਂ ਦੇ ਸਮੇਂ ਦੇ ਦੌਰਾਨ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਨੇ ਵੰਡ ਪਾਓ ਦੀ ਨੀਤੀ ਸ਼ੁਰੂ ਕੀਤੀ ਤੇ ਫਿਰ ਉਹ ਇਸੀ ਪਰਿਵਾਰ ਦਾ ਕਾਰਨਾਮਾ ਸੀ ਕਿ ਇਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਲਈ ਜਦੋਂ ਇਹ ਕਿਹਾ ਗਿਆ ਕਿ ਮੁਸਲਮਾਨ ਔਰ ਹਿੰਦੂ ਇਕੱਠੇ ਮਿਲ ਕੇ ਅੰਗਰੇਜ਼ ਦੇ ਖਿਲਾਫ ਨਹੀਂ ਲੜ ਸਕਦੇ ਤੇ ਉਹ ਸਭ ਤੋਂ ਪਹਿਲਾ ਫਤਵਾ ਜਿਹੜਾ ਫਤਾਵਾ ਕਾਦਰੀਆ ਦੇ ਨਾਂ ਤੋਂ ਮਸ਼ਹੂਰ ਹੋਇਆ ਔਰ ਸਨ 1933 ਦੇ ਅਧਿਵੇਸ਼ਨ ਜਿਹੜਾ ਸੀ ਇਲਾਹਾਬਾਦ ਕਾਂਗਰਸ ਦਾ ਉਹਦੇ ਵਿੱਚ ਬਕਾਇਦਾ ਛਾਪ ਕੇ ਵੰਡਿਆ ਗਿਆ। ਉਸ ਫਤਵੇ 'ਚ ਸਭ ਤੋਂ ਪਹਿਲਾਂ ਇੱਥੋਂ ਇਹ ਸੰਦੇਸ਼ ਦਿੱਤਾ ਗਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਮੁਸਲਮਾਨ ਔਰ ਹਿੰਦੂ ਜਿਹੜੇ ਨੇ ਔਰ ਸਿੱਖ ਜਿਹੜੇ ਨੇ ਔਰ ਦੇਸ਼ ਦੀਆਂ ਬਾਕੀ ਜਿਹੜੀਆਂ ਹੋਰ ਕੌਮਾਂ ਨੇ ਇਹਨਾਂ ਦਾ ਆਪਸ ਦੇ ਵਿੱਚ ਇਕੱਠੇ ਰਹਿ ਕੇ ਅੰਗਰੇਜ਼ ਦੇ ਖਿਲਾਫ ਲੜਨਾ ਬਹੁਤ ਜ਼ਰੂਰੀ ਹੈ। ਉਹਨਾਂ ਹੀ ਸਮੇਂ ਦੀ ਗੱਲ ਹੈ ਕਿ ਲੁਧਿਆਣੇ ਤੋਂ ਪਿਸ਼ਾਵਰ ਤੱਕ ਅੰਗਰੇਜ਼ਾਂ ਨੇ ਸਟੇਸ਼ਨਾਂ ਦੇ ਉੱਤੇ ਘੜੇ ਜਿਹੜੇ ਪਾਣੀ ਵਾਲੇ ਤੁਸੀਂ ਅੱਜ ਵੀ ਦੇਖਦੇ ਹੋ ਪਾਣੀ ਪੀਣ ਲਈ ਰੇਲਵੇ ਸਟੇਸ਼ਨ ਦੇ ਪ੍ਰਬੰਧ ਹੁੰਦਾ, ਉਹਨਾਂ ਨੇ ਇੱਕ ਆਰਡਰ ਦਿੱਤਾ ਕਿ ਹਿੰਦੂ ਪਾਣੀ ਔਰ ਮੁਸਲਮਾਨ ਪਾਣੀਆਂ ਦੇ ਘੜੇ ਰਖਵਾਏ ਗਏ ਔਰ ਮੁਸਲਮਾਨਾਂ ਨੂੰ ਪਾਣੀ ਪਿਲਾਉਣ ਲਈ ਮੁਸਲਮਾਨ ਪਿਆਊ ਲਾਇਆ ਗਿਆ, ਹਿੰਦੂਆਂ ਨੂੰ ਪਾਣੀ ਪਿਲਾਉਣ ਲਈ ਔਰ ਬਕਾਇਦਾ ਇੱਕ ਆਵਾਜ਼ ਲੱਗਦੀ ਸੀ ਕਿ ਹਿੰਦੂ ਪਾਣੀ ਪੀ ਲਓ ਮੁਸਲਮਾਨ ਪਾਣੀ ਪੀ ਲਓ। ਇਹ ਇਤਿਹਾਸਕ ਜਾਮਾ ਮਸਜਿਦ ਦੇ ਬਾਨੀ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਦੀ ਹੀ ਜੁਰਤ ਹੈ, ਉਹਨਾਂ ਦੀ ਹਿੰਮਤ ਹੈ, ਉਹਨਾਂ ਦਾ ਹੀ ਕਮਾਲ ਹੈ ਕਿ ਉਹਨਾਂ ਨੇ
ਬਕਾਇਦਾ ਇਸ ਪਾਣੀ ਦੇ ਖਿਲਾਫ ਮੂਵਮੈਂਟ ਚਲਾਈ ਔਰ ਲੁਧਿਆਣੇ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ। ਘਾਹ ਮੰਡੀ ਚੌਂਕ ਅੱਜ ਵੀ ਉਸ ਇਤਿਹਾਸਕ ਦਿਨ ਦਾ ਗਵਾਹ ਹੈ ਜਿਸ ਦਿਨ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਕਿਹਾ ਸੀ ਕਿ ਸਾਨੂੰ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਛੱਡ ਕੇ ਇੱਕੋ ਹੀ ਪਾਣੀ ਪੀਣਾ ਹੋਏਗਾ ਤਾਂ ਹੀ ਅਸੀਂ ਦੇਸ਼ ਨੂੰ ਆਜ਼ਾਦ ਕਰਵਾ ਸਕਾਂਗੇ। ਫਿਰ ਉਹਨਾਂ ਘੜਿਆਂ ਨੂੰ ਤੋੜਿਆ ਗਿਆ, ਉਹਨਾਂ ਨੂੰ ਤੋੜਨ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਨੂੰ, ਮੌਲਾਨਾ ਹਬੀਬੁਰ ਰਹਿਮਾਨ ਸਾਹਿਬ ਲੁਧਿਆਣਵੀ ਨੂੰ ਵੀ ਸਜ਼ਾ ਹੋਈ। ਲੇਕਿਨ ਉਹ ਸਮਾਂ ਜਿਹੜਾ ਸੀ ਅੰਗਰੇਜ਼ ਦੇ ਖਿਲਾਫ ਡਟ ਕੇ, ਤੇ ਮੈਂ ਅਕਸਰ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੁੰਦਾ ਕਿ ਇਹ ਫੀਲਡਗੰਜ ਚੌਂਕ ਦੇ ਵਿੱਚ 100 ਸਾਲ ਤੋਂ ਵੱਧ ਇਤਿਹਾਸਕ ਇਮਾਰਤ ਜਿਹੜੀ ਹੈ ਇਹ ਸਿਰਫ ਮੁਸਲਮਾਨਾਂ ਦੇ ਲਈ ਹੀ ਮੁਹਤਰਮ ਨਹੀਂ ਹੈ, ਸਿਰਫ ਮੁਸਲਮਾਨਾਂ ਦੇ ਲਈ ਹੀ ਮੁਕੱਦਸ ਨਹੀਂ ਹੈ। ਇਹ ਇਮਾਰਤ ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਦੀ ਗਵਾਹ ਹੈ, ਚਾਹੇ ਉਹ ਸ਼ਹੀਦ ਆਜ਼ਮ ਭਗਤ ਸਿੰਘ ਹੋਣ, ਚਾਹੇ ਉਹ ਸੁਭਾਸ਼ ਚੰਦਰ ਬੋਸ ਹੋਣ, ਚਾਹੇ ਉਹ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਹੋਣ, ਚਾਹੇ ਉਹ ਅਬੁਲ ਕਲਾਮ ਆਜ਼ਾਦ ਹੋਣ, ਚਾਹੇ ਉਹ ਪੰਡਿਤ ਜਵਾਹਰ ਲਾਲ ਜੀ ਨਹਿਰੂ ਹੋਣ, ਚਾਹੇ ਉਹ ਫਿਰ ਅਤਾਉल्ला शाह बुखारी जैसे पंजाब ਦੇ ਮਸ਼ਹੂਰ ਬਜ਼ੁਰਗ ਹੋਣ। ਇਹਨਾਂ ਸਾਰਿਆਂ ਦੇ ਨਾਲ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਆਪਣੀ ਉਹ ਸਾਂਝ ਪਾਈ ਹੈ ਜਿਹਦੀ ਵਜ੍ਹਾ ਨਾਲ ਅੰਗਰੇਜ਼ ਨੇ ਬਕਾਇਦਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਖਿਲਾਫ ਇੱਕ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਵੀ ਇਹ ਲੋਕ ਜਿਹੜੇ ਨੇ ਮੁਲਕ ਦੀ ਆਜ਼ਾਦੀ ਦੇ ਲਈ ਇਸ ਤਰੀਕੇ ਨਾਲ ਕੰਮ ਕਰ ਰਹੇ, ਇਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਤੇ ਇਹ ਇਤਿਹਾਸਕ ਇਮਾਰਤ ਜਿਹੜੀ ਹੈ ਇਹਨੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਨਾ ਸਿਰਫ ਅੰਗਰੇਜ਼ਾਂ ਦੇ ਖਿਲਾਫ ਮੂਵਮੈਂਟ ਚਲਾਈ ਬਲਕਿ ਉਸ ਦੌਰਾਨ ਤੋਂ ਹੀ ਹੁਣ ਤੱਕ ਲੋਕਾਂ ਨੂੰ ਸਿੱਖਿਅਤ ਕਰਨ ਦੇ ਲਈ ਵੀ ਨਾਲ ਲਗਾਤਾਰ ਜਿਹੜਾ ਹੈ ਮਦਰਸਾ ਇਸ ਮਸਜਿਦ ਦੇ ਵਿੱਚ ਸ਼ੁਰੂ ਤੋਂ ਕਾਇਮ ਰਿਹਾ। ਅੱਜ ਕੱਲ੍ਹ ਤਾਂ ਚਲੋ ਰਿਵਾਜ ਹੈ ਕਿ ਮਦਰਸਿਆਂ ਦੇ ਵਿੱਚ ਇੱਕੋ ਹੀ ਧਰਮ ਦੇ ਬੱਚੇ ਪੜ੍ਹਦੇ ਨੇ, ਲੇਕਿਨ ਲੁਧਿਆਣਾ ਦੇ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ 'ਚ ਸਰਦਾਰ ਹਰਭਜਨ ਸਿੰਘ ਜੀ ਸੋਹਲ ਉਸ ਦੁਨੀਆ 'ਚੋਂ ਜਾ ਚੁੱਕੇ ਨੇ, ਇੱਦਾਂ ਦੇ ਹੋਰ ਬਾਪੂ ਬਚਨ ਸਿੰਘ ਸਾਹਿਬ ਔਰ ਇੱਦਾਂ ਦੇ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਇਸੀ ਮਸਜਿਦ ਤੋਂ ਉਰਦੂ ਦੀ, ਫਾਰਸੀ ਦੀ ਤਾਲੀਮ ਹਾਸਿਲ ਕੀਤੀ ਔਰ ਫਿਰ ਸਮਾਜ ਦੇ ਵਿੱਚ ਬੜਾ ਰੁਤਬਾ ਕਮਾਇਆ ਉਹਨਾਂ ਲੋਕਾਂ ਨੇ। ਤੇ ਮਸਜਿਦ ਦੀ ਜਿਹੜੀ ਇਸ ਇਮਾਰਤ ਤੋਂ ਹਮੇਸ਼ਾ ਤੋਂ ਹੀ ਸਰਵ ਧਰਮ ਦੇ ਲੋਕਾਂ ਨੂੰ ਇੱਕ ਸਨਮਾਨ ਦੇਣ ਦੀ ਗੱਲ ਕੀਤੀ ਗਈ। ਤਾਂ ਹੀ ਤੁਸੀਂ ਦੇਖਦੇ ਹੋ ਕਿ ਦੇਸ਼ ਦੀ ਜਦੋਂ ਆਜ਼ਾਦੀ ਹੋਈ ਔਰ ਉਹਦੇ ਨਾਲ ਜਦੋਂ ਵੰਡ ਹੋ ਗਈ, ਜਿੱਥੇ ਲੱਖਾਂ ਲੋਕ ਜਿਹੜੇ ਨੇ ਔਰ ਬਹੁਤ ਸਾਰੀਆਂ ਮਸਜਿਦਾਂ ਔਰ ਦੋਨੋਂ ਪਾਸੇ ਉਧਰਲੇ ਪਾਸੇ ਗੁਰਦੁਆਰਾ ਸਾਹਿਬ, ਮੰਦਰ ਸਾਹਿਬ, ਬਹੁਤ ਸਾਰੀਆਂ ਐਸੀਆਂ ਮੁਕੱਦਸ ਇਮਾਰਤਾਂ ਜਿਹੜੀਆਂ ਨੇ ਉਹ ਵੀਰਾਨ ਹੋਈਆਂ, ਲੇਕਿਨ ਇਹ ਮਸਜਿਦ ਉਸ ਵੇਲੇ ਤੋਂ ਵੀ ਹੁਣ ਤੱਕ ਆਪਣੀ ਉसी ਸ਼ਾਨੋ ਸ਼ੌਕਤ ਔਰ ਆਪਣੀ ਸਰਬੁਲੰਦੀ ਦੇ ਨਾਲ ਕਾਇਮ ਹੈ। ਤੇ ਮੈਂ ਸਮਝਦਾ ਕਿ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਜਿਹੜੀ ਸਾਂਝ ਪਾਈ ਹੈ ਸਮੂਹ ਲੋਕਾਂ ਦੇ ਨਾਲ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ, ਮੌਜੂਦਾ ਸਮੇਂ ਦੇ ਵਿੱਚ ਵੀ ਇਹ ਉਹਦਾ ਹੀ ਕਮਾਲ ਹੈ। ਔਰ ਜਿੱਥੇ ਤੱਕ ਮਸਜਿਦ ਦੀ ਅੰਦਰ ਨਮਾਜ਼ ਦੀ ਗੱਲ ਹੈ, ਪਹਿਲੇ ਦਿਨ ਤੋਂ ਅੱਜ ਤੱਕ ਤਕਰੀਬਨ 130 ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ। ਲਗਾਤਾਰ 5 ਵਕਤ ਦੀ ਜਿਹੜੀ ਅਜ਼ਾਨ ਹੈ ਔਰ ਨਮਾਜ਼ ਹੈ ਉਹ ਬੜੀ ਹੀ ਅਕੀਦਤ ਤੇ ਇਹਤਰਾਮ ਦੇ ਨਾਲ ਜਿਹੜੀ ਹੈ ਅਦਾ ਕੀਤੀ ਜਾਂਦੀ ਹੈ। ਅਲੱਗ-ਅਲੱਗ ਤਰ੍ਹਾਂ ਦੇ ਹਾਲਾਤ ਵੀ ਆਏ, ਅਲੱਗ-ਅਲੱਗ ਸਮੇਂ ਵੀ ਆਏ, ਅੱਤਵਾਦ ਦਾ ਵੀ ਸਮਾਂ ਆਇਆ, ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਰੋਨਾ ਦਾ ਵੀ ਸਮਾਂ ਆਇਆ, ਲੇਕਿਨ ਕਦੀ ਇਹ ਨਹੀਂ ਹੋਇਆ ਕਿ ਕੋਈ ਇੱਕ ਨਮਾਜ਼ ਵੀ ਜਿਹੜੀ ਹੈ ਉਹ ਛੁੱਟ ਗਈ ਹੋਵੇ ਜਾਂ ਉਸ ਨਮਾਜ਼ ਦੇ ਵਕਫੇ ਨੂੰ ਜਿਹੜਾ ਹੈ ਭਾਵੇਂ ਘੱਟ ਹੋਣ ਭਾਵੇਂ ਜ਼ਿਆਦਾ ਹੋਣ, ਲੇਕਿਨ ਇਹ ਬਹੁਤ ਬੜੀ ਬਾਤ ਹੈ ਕਿ ਲਗਾਤਾਰ 130 ਸਾਲ ਤੋਂ ਇਹਦੇ ਦਰਵਾਜ਼ੇ ਜਿਹੜੇ ਨੇ ਨਮਾਜ਼ੀਆਂ ਦੇ ਲਈ ਖੁੱਲ੍ਹੇ ਨੇ ਔਰ ਕੋਈ ਕਦੀ ਐਸੀ ਨਮਾਜ਼ ਨਹੀਂ ਹੋਈ ਜਿਹਦੇ ਵਿੱਚ ਇਹਨਾਂ ਦਰਵਾਜ਼ਿਆਂ ਨੂੰ ਜਿਹੜਾ ਹੈ ਬਦਤਰੀਨ ਹਾਲਾਤ ਦੇ ਵਿੱਚ ਵੀ ਬੰਦ ਨਹੀਂ ਕੀਤਾ ਗਿਆ। ਜਦੋਂ ਕਰਫਿਊ ਦਾ ਸਮਾਂ ਹੁੰਦਾ ਸੀ ਬਹੁਤ ਜ਼ਬਰਦਸਤ ਔਰ ਅੱਤਵਾਦ ਦਾ ਸਮਾਂ ਸੀਗਾ, ਉਦੋਂ ਵੀ ਅਜ਼ਾਨ ਔਰ ਨਮਾਜ਼ ਜਿਹੜੀ ਹੈ ਉਹ ਪਾਬੰਦੀ ਦੇ ਨਾਲ ਅਦਾ ਕਰਵਾਈ ਜਾਂਦੀ ਰਹੀ। ਇਹਦੇ ਨਾਲ ਜਾਮਾ ਮਸਜਿਦ ਤੋਂ ਸ਼ੁਰੂ ਤੋਂ ਹੀ ਇੱਕ ਪ੍ਰੋਗਰਾਮ ਰੱਖਿਆ ਗਿਆ ਕਿ ਬਈ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਦੀ ਮਦਦ ਕੀਤੀ ਜਾਏ, ਲੇਕਿਨ ਤੁਸੀਂ ਇਹ ਦੇਖਦੇ ਹੋ ਕਿ ਅੱਜ ਤੱਕ ਇਸ ਪ੍ਰੋਗਰਾਮ ਦਾ ਕੋਈ ਚਰਚਾ ਨਹੀਂ ਹੈ। ਇਹ ਵੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਕਿਉਂਕਿ ਇਸ ਪ੍ਰੋਗਰਾਮ ਦੇ ਲਈ ਇਸਲਾਮ ਨੇ ਸ਼ੁਰੂ ਤੋਂ ਮੁਸਲਮਾਨਾਂ ਨੂੰ ਕਿਹਾ ਕਿ ਜਿਨ੍ਹਾਂ ਦੀ ਮਦਦ ਕੀਤੀ ਜਾਏ ਤੇ ਉਹਨਾਂ ਦੀ ਤਸਵੀਰ ਨਾ ਲਿੱਤੀ ਜਾਏ। ਤੇ ਜਾਮਾ ਮਸਜਿਦ ਨੇ ਬੜੇ ਹੀ ਅੱਛੇ ਤਰੀਕੇ ਨਾਲ ਅੱਜ ਤੱਕ ਲੋਕਡਾਊਨ ਦੇ ਦਰਮਿਆਨ ਵੀ ਇਸ ਗੱਲ ਦੇ ਉੱਤੇ ਰਹਿੰਦੇ ਹੋਏ ਆਪਣੀ ਚੈਰਿਟੀ ਦੇ ਕੰਮਾਂ ਨੂੰ ਜਿਹੜਾ ਹੈ ਉਹ ਅੱਗੇ ਵਧਾਇਆ। ਲੁਧਿਆਣਾ ਜਾਮਾ ਮਸਜਿਦ ਨੂੰ 3 ਸੜਕਾਂ ਲੱਗਦੀਆਂ, ਸ਼ਾਹਪੁਰ ਰੋਡ ਦੀ ਸੜਕ ਲੱਗਦੀ ਹੈ, ਜੇਲ ਰੋਡ ਦੀ ਸੜਕ ਲੱਗਦੀ ਹੈ ਔਰ ਕਰੀਮਪੁਰ ਦੀ ਸੜਕ ਲੱਗਦੀ ਹੈ। ਔਰ ਇਹ ਵੀ ਇੱਕ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਹੈ ਕਿ ਜਾਮਾ ਮਸਜਿਦ ਦੇ ਤਿੰਨੋਂ ਪਾਸੇ ਜਿਹੜੀਆਂ ਇਮਾਰਤ ਦੇ ਵਿੱਚ ਦੁਕਾਨਾਂ ਨੇ
ਤੇ ਉਹਨਾਂ ਦੇ ਵਿੱਚ ਤਕਰੀਬਨ ਸਾਰੇ ਹੀ ਜਿਹੜੇ ਦੁਕਾਨਦਾਰ ਨੇ ਜਾਂ ਤਾਂ ਉਹ ਹਿੰਦੂ ਸਮਾਜ ਤੋਂ ਤਾਲੁਕ ਰੱਖਦੇ ਨੇ ਜਾਂ ਸਿੱਖ ਸਮਾਜ ਤੋਂ ਤਾਲੁਕ ਰੱਖਦੇ ਨੇ ਔਰ ਉਹਨਾਂ ਦਾ ਮਸਜਿਦ ਪ੍ਰਬੰਧਕਾਂ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਪਰਿਵਾਰਕ ਸੰਬੰਧ ਚੱਲਿਆ ਆ ਰਿਹਾ। ਮੈਨੂੰ ਨਹੀਂ ਸ਼ਾਇਦ ਯਾਦ ਕਿ ਕਦੀ ਵੀ ਕਿਸੇ ਦੇ ਨਾਲ ਕਦੀ ਉੱਚੀ ਆਵਾਜ਼ 'ਚ ਵੀ ਗੱਲ ਹੋਈ ਹੋਵੇ ਜਾਂ ਕੋਈ ਮੁਕੱਦਮਾ ਹੋਇਆ ਹੋਵੇ। ਇਹ ਵੀ ਆਪਣੇ ਆਪ 'ਚ ਇੱਕ ਵਿਲੱਖਣ ਪਹਿਚਾਣ ਜਿਹੜੀ ਹੈ ਲੁਧਿਆਣਾ ਜਾਮਾ ਮਸਜਿਦ ਦੀ। ਮਸਜਿਦ ਦੀ ਜਿਹੜੀ ਤਾਮੀਰ ਹੈ ਨਾ, ਅਕਸਰ ਜਿਹੜੀਆਂ ਮਸਜਿਦਾਂ ਹੈ ਉਹ ਅਲੱਗ-ਅਲੱਗ ਸਟਾਈਲ ਦੇ ਨਾਲ, ਲੇਕਿਨ ਇਸ ਮਸਜਿਦ ਦੀ ਜਦੋਂ ਤਾਮੀਰ ਕੀਤੀ ਗਈ ਲੁਧਿਆਣੇ 'ਚ ਤਕਰੀਬਨ ਸਾਰੀਆਂ ਮਸਜਿਦਾਂ ਬਹੁਤ ਕਦੀਮ ਸਟਾਈਲ ਦੀਆਂ ਜਾਂ ਆਮ ਬਣੀਆਂ ਸੀਗੀਆਂ, ਲੇਕਿਨ ਇਸ ਨੂੰ ਪਹਿਲੀ ਦਫਾ ਹੀ ਪਰਸ਼ੀਅਨ ਸਟਾਈਲ ਦੇ ਵਿੱਚ ਇਹਦੇ ਮੀਨਾਰ ਔਰ ਇਹਦੇ ਜਿਹੜੇ ਗੁੰਬਦ ਨੇ ਉਹ ਪਰਸ਼ੀਅਨ ਸਟਾਈਲ ਦੇ ਵਿੱਚ ਉਦੋਂ ਹੀ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਤਿਆਰੀ ਕਰਨ ਲਈ ਤਕਰੀਬਨ 10 ਸਾਲ ਦਾ ਸਮਾਂ ਜਿਹੜਾ ਹੈ ਉਸ ਵੇਲੇ ਲਾਇਆ ਗਿਆ। ਉਹਦੇ ਨਾਲ ਨਕਾਸ਼ੀ ਦਾ ਕੰਮ ਜਿਹੜਾ ਹੈ ਉਹ ਉਸ ਦੇ ਨਾਲ ਚੱਲਦਾ ਰਿਹਾ ਔਰ ਮੀਨਾਰਾਂ ਸਮੇਤ ਜਿਹੜੀ ਇਮਾਰਤ ਅੰਦਰ ਦੀ ਮਸਜਿਦ ਦੀ ਖਾਸ ਇਮਾਰਤ ਹੈ ਉਹ ਅਸੀਂ ਪਿਛਲੇ ਕਈ ਸਾਲ ਪਹਿਲਾਂ ਵੀ ਜਦ ਉਹਦਾ ਟੈਸਟ ਕਰਵਾਏ ਤੇ ਉਹ ਹਜੇ ਵੀ ਆਉਣ ਵਾਲੇ 200 ਸਾਲਾਂ ਦੇ ਲਈ ਸਫੀਸ਼ੀਐਂਟ ਹੈ। ਜਿਹੜੀ ਇਹਦੀ ਤਾਮੀਰ ਦੇ ਲਈ ਜਿਹੜੇ ਮਿਸਤਰੀ ਨੇ ਉਸ ਦੌਰ ਦੇ ਵਿੱਚ ਜਦੋਂ ਇਹਨੂੰ ਤਾਮੀਰ ਕੀਤਾ ਗਿਆ ਤੇ ਖਾਸ ਤੌਰ ਤੇ ਜਿੰਨੇ ਮਿਸਤਰੀ ਸੀਗੇ ਉਹ ਉੱਤਰ ਪ੍ਰਦੇਸ਼ ਔਰ ਦਿੱਲੀ ਤੋਂ ਜਿਹੜੇ ਫਰਾਹਮ ਕੀਤੇ ਗਏ, ਕਿਉਂਕਿ ਜਦੋਂ ਇਹਦੀ ਤਾਮੀਰ ਕੀਤੀ ਗਈ ਤੇ ਪੰਜਾਬ ਦੇ ਵਿੱਚ ਇਹਨਾਂ ਨਕਸ਼ੋ ਨਗਾਰ ਦੇ ਮੁਤਾਬਕ ਕੰਮ ਕਰਨ ਵਾਲੇ ਕਾਰੀਗਰਾਂ ਦੀ ਤਾਦਾਦ ਘੱਟ ਸੀਗੀ। ਉਸ ਤੋਂ ਬਾਅਦ ਦੁਬਾਰਾ ਇਹਦੇ 2 ਗੇਟਾਂ ਦੀ ਤਾਮੀਰ ਜਿਹੜੀ ਹੈ ਦੁਬਾਰਾ ਕੀਤੀ ਗਈ। ਉਹਦੇ ਲਈ ਵੀ ਸਾਨੂੰ ਰਾਜਸਥਾਨ ਤੋਂ ਮਿਸਤਰੀ ਜਿਹੜੇ ਹੈ ਉਹ ਬੁਲਾਣੇ ਪਏ, ਖਾਸ ਕਰਕੇ ਪੱਥਰ ਜਿਹੜਾ ਹੈ ਉਹ ਵੀ ਮਕਰਾਨੇ ਤੋਂ ਇਸਤੇਮਾਲ ਦੇ ਵਿੱਚ ਲਿਆਇਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਮਸਜਿਦ ਦਾ ਸਿਰਫ ਇੱਕ ਭਾਗ ਸੀਗਾ ਜਿੱਥੇ ਕਿ 2 ਮੀਨਾਰ ਤੇ 3 ਗੁੰਬਦ ਹੈ, ਉਹਦੇ ਤੋਂ ਬਾਅਦ ਇਹਨੂੰ ਕਈ ਸ਼ਿਫਟਾਂ ਦੇ ਵਿੱਚ ਵਧਾਇਆ ਗਿਆ ਹੈ। ਅਗਲੇ ਹਿੱਸੇ ਦੀ ਇਮਾਰਤ ਜਿਹੜੀ ਹੈ ਸਾਰੀ ਬਾਅਦ 'ਚੋਂ ਤਾਮੀਰ ਕੀਤੀ ਗਈ ਹੈ। ਦੁਬਾਰਾ ਤੋਂ ਨਵੇਂ ਸਿਰੇ ਤੋਂ 5 ਨਵੇਂ ਮੀਨਾਰ ਜਿਹੜੇ ਨੇ ਉਹ ਤਾਮੀਰ ਕੀਤੇ ਗਏ ਨੇ। ਇਸ ਵੇਲੇ ਸਾਡੇ ਕੋਲ ਮਸਜਿਦ ਦੇ ਜਿਹੜਾ ਕਿ ਪ੍ਰੇਅਰ ਹਾਲ ਹੈ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਦੂਸਰਾ ਹਿੱਸਾ ਹੈ ਉਹਦੇ ਵਿੱਚ ਆਮ ਲੋਕਾਂ ਦੇ ਠਹਿਰਨ ਦੇ ਲਈ ਔਰ ਲੋਕਾਂ ਦੇ ਖਾਣ ਪੀਣ ਦੇ ਲਈ, ਇਸੇ ਤਰ੍ਹਾਂ ਮੁਸਾਫਰਾਂ ਨੂੰ ਰਾਤ ਨੂੰ ਕਿਆਮ ਕਰਨ ਦੇ ਲਈ ਜਿਹੜੇ ਉਹਦੇ ਢੁਕਵੇਂ ਪ੍ਰਬੰਧ ਜਿਹੜੇ ਹੈ ਨਾਲ ਦੀ ਨਾਲ ਕੀਤੇ ਗਏ। ਮੈਂ ਸਮਝਦਾ ਕਿ ਆਉਣ ਵਾਲੇ 10 ਸਾਲ ਦੇ ਦਰਮਿਆਨ ਇਹਦਾ ਇੱਕ ਅਸੀਂ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ, ਲੇਕਿਨ ਉਸ ਪ੍ਰੋਜੈਕਟ ਦੇ ਵਿੱਚ ਅਸੀਂ ਇਸ ਗੱਲ ਨੂੰ ਪਹਿਲਾਂ ਤੋਂ ਤੈਅ ਕੀਤਾ ਕਿ ਜਿਹੜੀ ਇਤਿਹਾਸਕ ਇਮਾਰਤ ਹੈ ਬਿਲਕੁਲ ਖਾਸ ਮਸਜਿਦ ਦੀ ਜਿਹੜੀ ਅੰਦਰਲੀ ਇਮਾਰਤ ਹੈ ਉਹਨੂੰ ਹੂ ਬਹੂ ਰੱਖਿਆ ਜਾਏਗਾ ਔਰ 1947 ਤੋਂ ਬਾਅਦ ਜਿਹੜੀਆਂ ਤਾਮੀਰਾਂ ਹੋਈਆਂ ਇਹਨਾਂ ਨੂੰ ਇੱਕ ਵਾਰੀ ਫਿਰ ਦੁਬਾਰਾ ਗਿਰਾ ਕੇ ਨਵੇਂ ਸਿਰਿਓਂ ਆਲਾ ਤਰੀਨ ਅੱਛੇ ਅੰਦਾਜ਼ ਦੇ ਨਾਲ ਤਾਮੀਰ ਕੀਤਾ ਜਾਏਗਾ। ਲੇਕਿਨ ਜਿਹੜਾ ਵਿਰਸਾ ਹੈ ਵਿਰਸੇ ਨੂੰ ਅਸੀਂ ਸਾਂਭ ਕੇ ਰੱਖਾਂਗੇ, ਕਿਉਂਕਿ ਵਿਰਸਾ ਹੀ ਕੌਮਾਂ ਦੀ ਜਿਹੜੀ ਹੈ ਪਹਿਚਾਣ ਹੁੰਦੀ ਹੈ। ਸਾਡੇ ਸ਼ਹਿਰ ਦੀ ਪਹਿਚਾਣ ਹੈ, ਸਾਡੇ ਪੰਜਾਬ ਦੀ ਪਹਿਚਾਣ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਹਮੇਸ਼ਾ ਲੋਕਾਂ ਨੂੰ ਆਪਸ 'ਚ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੰਦੀ ਰਹੇਗੀ। ਧੰਨਵਾਦ।